ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਦੇ ਵਿੱਚ। ਜੀ ਆਇਆਂ ਨੂੰ। ਮੈਂ ਹਾਂ ਤੁਹਾਡਾ ਹੋਸਟ ਹਰਪ੍ਰੀਤ ਸਿੰਘ ਹੰਸਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਯੂਨਾਈਟਿਡ ਸਟੇਟਸ ਨੇ ਬਹੁਤ ਵਧੀਆ ਉਪਰਾਲਾ ਕੀਤਾ। ਕੁਝ ਜਿਹੜੇ ਲੋਕ ਨੇ ਉਹ ਆਲਰੇਡੀ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਪਹੁੰਚ ਚੁੱਕੇ ਨੇ। ਵੇਰਵਾ ਸਾਨੂੰ ਦੇਣਗੇ ਸੁਖਵਿੰਦਰ ਸਿੰਘ। ਹਾਂਜੀ, ਹਰਪ੍ਰੀਤ ਸਿੰਘ ਤੁਹਾਨੂੰ ਤੇ ਅੱਜ ਦੀ ਚਰਚਾ ਪ੍ਰੋਗਰਾਮ ਜੁੜੇ ਹੋਏ ਤਮਾਮ ਦਰਸ਼ਕਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਨੂੰ ਬਹੁਤ ਸਾਰਾ ਫਿਕਰ ਸੀਗਾ, ਚਿੰਤਾ ਸੀਗੀ ਵੀ ਜਿਹੜੇ ਇਹ ਲੋਕ ਨੇ ਉਹ ਸੇਫਲੀ ਉੱਥੋਂ ਕਿਵੇਂ ਬਾਹਰ ਆਉਣਗੇ। ਕੁਝ ਸਾਨੂੰ ਥੋੜੀ ਬੈਕ ਸਟੋਰੀ ਦੱਸੋ ਵੀ ਸਿੱਖਾਂ ਨਾਲ ਉੱਥੇ ਕੀ ਹੋਇਆ, ਵਾਟ ਵਾਸ ਦਾ ਪ੍ਰੋਬਲਮ, ਇਹਦੀ ਲੋੜ ਕਿਉਂ ਪਈ? ਹਾਂਜੀ, ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਹਰਪ੍ਰੀਤ ਕਿ ਜੋ ਅਸਲੀ ਜ਼ਿਆਦਾਤਰ ਜੋ ਇਹ ਹਾਲਾਤ ਮਾੜੇ ਹੋਣੇ ਸ਼ੁਰੂ ਹੋਏ ਉਹ ਸੀ 2007-8 ਦਾ ਸਮਾਂ, ਜਦੋਂ ਪਾਕਿਸਤਾਨ ਨੇ ਤਾਲਿਬਾਨ ਤੇ ਇੱਕ ਵੱਡਾ ਆਪਰੇਸ਼ਨ ਕੀਤਾ ਸਵਾਤ ਵੈਲੀ ਦੇ ਵਿੱਚ। ਉਦੋਂ ਤਕਰੀਬਨ 17-18 ਹਜ਼ਾਰ ਸਿੱਖ ਤੇ ਹਿੰਦੂ ਮਾਈਨੋਰਟੀਜ਼ ਉੱਥੇ ਪ੍ਰਭਾਵਿਤ ਹੋਈਆਂ। ਤੇ ਉਦੋਂ ਤੋਂ ਫਿਰ ਕਹਿ ਲਓ ਹਾਲਾਤ ਜਦੋਂ ਇੰਨੇ ਬਦਤਰ ਹੋਏ ਤੇ ਫਿਰ ਸਾਰੀਆਂ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ ਇਨਕਲੂਡਿੰਗ ਯੂਨਾਈਟਿਡ ਸਿੱਖਸ ਤੇ ਆਪਣੇ ਕਾਰਜ ਆਰੰਭ ਕੀਤੇ। ਤੇ ਇਹ ਹਾਲਾਤ ਕਹਿ ਲਓ ਵੀ ਵਿਗੜਦੇ ਇੱਥੋਂ ਤੱਕ ਵਿਗੜ ਗਏ ਕਿ ਉੱਥੇ ਜਿਹੜੇ ਪਰਿਵਾਰ ਸੀ ਉਹਨਾਂ ਦਾ ਉੱਥੇ ਗੁਜ਼ਰ ਬਸਰ ਰਹਿਣਾ ਇੰਨਾ ਜ਼ਿਆਦਾ ਮੁਹਾਲ ਹੋ ਗਿਆ ਸੀ। ਕੋਈ ਧੀ ਭੈਣ ਬਾਹਰ ਨਹੀਂ ਜਾ ਸਕਦੀ, ਸਕੂਲ ਨਹੀਂ ਜਾ ਸਕਦੇ, ਤੁਹਾਡੀ ਦੁਕਾਨ ਹੈ ਉਹਦੇ ਤੇ ਕੋਈ ਗਾਹਕ ਨਹੀਂ ਆ ਰਿਹਾ, ਗਾਹਕਾਂ ਨੂੰ ਰੋਕਿਆ ਜਾ ਰਿਹਾ ਹੈ, ਤੁਹਾਤੋਂ ਜਜ਼ੀਆ ਮੰਗਿਆ ਜਾ ਰਿਹਾ ਹੈ। ਤੇ ਜੇ ਤੁਸੀਂ ਬਾਹਰ ਵੀ ਜਾਂਦੇ ਹੋ ਤਾਂ ਤੁਹਾਨੂੰ ਇੱਕ ਬਾਂਹ ਤੇ ਪੱਟੀ ਬੰਨਣੀ ਪੈਂਦੀ ਹੈ ਤਾਂ ਕਿ ਤੁਸੀਂ ਆਇਡੈਂਟੀਫਾਈ ਰਹੋ ਉਹਨਾਂ ਨੂੰ ਵੀ ਹਾਂਜੀ ਇਹ ਮਾਈਨੋਰਟੀਜ਼ ਨੇ। ਸੋ ਇਸ ਤਰ੍ਹਾਂ ਦੇ ਤੇ ਪਲੱਸ ਫਿਰ ਤੁਹਾਡੇ ਤੇ ਬੰਬਾਂ ਦੇ ਨਾਲ ਹਮਲੇ ਹੋ ਰਹੇ ਨੇ, ਤੁਹਾਨੂੰ ਸ਼ੂਟਿੰਗਸ ਹੋ ਰਹੀਆਂ ਨੇ, ਈਵਨ ਗੁਰਦੁਆਰਾ ਸਾਹਿਬਾਨਾਂ ਤੇ ਉੱਥੇ ਅਟੈਕ ਹੋਏ ਨੇ। ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਦੋਂ ਇਹ ਪਰਿਵਾਰ ਉੱਥੇ ਰਹਿ ਰਹੇ ਸੀ ਤਾਂ ਇੱਕ ਕਿਸਮ ਦਾ ਜੀਣਾ ਇਹਨਾਂ ਦਾ ਮੁਹਾਲ ਹੋਇਆ ਸੀ। ਤੇ ਫਿਰ ਯੂਨਾਈਟਿਡ ਸਿੱਖਸ ਨੇ ਇਹ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਕਿ ਇਹਨਾਂ ਨੂੰ ਉੱਥੋਂ ਟੈਂਪਰੀ ਤੌਰ ਤੇ ਕੱਢ ਕੇ ਕਿਸੇ ਨੇੜੇ ਦੇ ਕੰਟਰੀ ਵਿੱਚ ਲਿਆਂਦਾ ਜਾਵੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਅੱਛੇ ਕੈਨੇਡਾ, ਇੰਗਲੈਂਡ, ਅਮਰੀਕਾ ਵਰਗੇ ਕੰਟਰੀ ਦੇ ਵਿੱਚ ਲਿਆ ਕੇ ਸੈਟਲ ਕੀਤਾ ਜਾਵੇ। ਜਿਹੜਾ ਕੈਨੇਡਾ ਵਾ ਉਹ ਹਮੇਸ਼ਾ ਬਹੁਤ ਵੱਡਾ ਪਹਿਰੇਦਾਰ ਰਿਹਾ ਵਾ ਹਿਊਮਨ ਰਾਈਟਸ ਬਾਰੇ, ਜਾਂ ਫਿਰ ਆਪਣੇ ਰੈਫਿਊਜੀਜ਼ ਨੂੰ ਪ੍ਰੋਟੈਕਟ ਕਰਨ ਦੇ ਲਈ। ਸੀਰੀਅਨ ਰੈਫਿਊਜੀਜ਼ ਇੱਥੇ ਪਹੁੰਚੇ, ਪਰ ਜਦੋਂ ਅਫਗਾਨਿਸਤਾਨ ਦੇ ਸਿੱਖਾਂ ਦੀ ਗੱਲ ਹੋਈ ਤਾਂ ਜਿਹੜੀ ਕੈਨੇਡਾ ਦੀ ਸਰਕਾਰ ਆ ਜਾਂ ਫਿਰ ਆਪਣੇ ਜਿਹੜੇ ਇਲੈਕਟਿਡ ਅਫੀਸ਼ੀਅਲਸ ਨੇ, ਪਰ ਇਹ ਜਿਹੜੇ ਸਿੱਖ ਆ ਉਹ ਕੈਨੇਡਾ ਨਹੀਂ ਆ ਸਕੇ। ਸ਼ੁਰੂ ਦੇ ਵਿੱਚ ਹਰਪ੍ਰੀਤ ਬੜਾ ਵਧੀਆ ਕੈਨੇਡੀਅਨ ਗੌਰਮੈਂਟ ਨੇ ਸਾਥ ਦਿੱਤਾ। ਜੇ ਮੈਂ ਦੱਸਾਂ 2010 ਦੇ ਵਿੱਚ ਇੱਕ ਆਪਣੇ ਅਫਗਾਨੀ ਸਿੰਘ ਨੂੰ ਕਿਡਨੈਪ ਕਰਕੇ ਫਿਰੌਤੀ ਮੰਗੀ ਗਈ ਤੇ ਮੁੜ ਕੇ ਉਹਦਾ ਸਿਰ ਕਲਮ ਕਰ ਦਿੱਤਾ ਗਿਆ। ਤੇ ਉਹ ਫਿਰ ਭੈਣ ਤੇ ਉਹਦੀ ਬੇਟੀ ਦਾ ਆਪਾਂ ਕੇਸ ਕੈਨੇਡੀਅਨ ਗੌਰਮੈਂਟ ਦੇ ਅੱਗੇ ਰੱਖਿਆ ਤੇ ਇਹਨਾਂ ਨੇ ਉਹਨਾਂ ਨੂੰ ਅਸਾਈਲਮ ਵੀਜ਼ੇ ਤੇ ਉੱਥੋਂ ਲੈ ਕੇ ਆਏ। ਹੋਰ ਪਰਿਵਾਰਾਂ ਨੂੰ ਵੀ ਕੈਨੇਡੀਅਨ ਸਰਕਾਰ ਇੱਥੇ ਲੈ ਆਊਗੀ, ਪਰ ਇੰਨੇ ਟਾਈਮ ਲੰਘਣ ਤੋਂ ਬਾਅਦ ਵੀ ਜੇ ਇਸ ਤਰੀਕੇ ਦੇ ਨਾਲ ਵੀ ਕੰਟਰੀ ਦੇ ਵਿੱਚੋਂ ਸਿੱਧੇ ਬੰਦੇ ਇਹ ਜਿਨ੍ਹਾਂ ਨੂੰ ਇਹ ਚਾਹੁਣ ਤਾਂ ਲਿਆ ਸਕਦੇ ਨੇ। ਅਸੀਂ ਉਹੀ ਕਹਿ ਲਓ ਬੇਨਤੀਆਂ ਇਹਨਾਂ ਨੂੰ ਕਰਦੇ ਰਹੇ ਹਾਂ, ਇਨਕਲੂਡਿੰਗ ਸਾਡੇ ਜਿਹੜੇ ਆਪਣੇ ਨੁਮਾਇੰਦੇ ਸੀ, MP ਸੀ, ਜਾਂ ਹੋਰ ਜਿਹੜੇ ਫੋਰਨ ਮਿਨਿਸਟਰ ਇੱਥੋਂ ਕੈਨੇਡਾ ਦੇ ਜਾਂ ਹੋਰ ਦੂਸਰੇ MPs ਨੂੰ ਸਾਰਿਆਂ ਨਾਲ ਮੀਟਿੰਗਸ ਕੀਤੀਆਂ। ਈਵਨ ਸਾਡੀ ਲਾਸਟ ਵਰਚੁਅਲ ਮੀਟਿੰਗ ਇਹਨਾਂ ਦੇ ਨਾਲ ਪਿਛਲੇ ਸਾਲ ਜੂਨ ਦੇ ਵਿੱਚ ਹੋਈ। ਸੋ ਸਾਡੀ ਰਿਕੁਐਸਟ ਇਹੀ ਸੀ ਕਿ ਭਾਈ ਜੇ ਹੋਰਾਂ ਦੇ ਲਈ ਆਪਾਂ ਕੋਈ ਇੱਦਾਂ ਦਾ ਸਪੈਸ਼ਲ ਪ੍ਰੋਗਰਾਮ ਬਣਾ ਕੇ ਸਪੈਸ਼ਲ ਉੱਥੋਂ ਜਹਾਜ਼ ਭਰ ਕੇ ਲਿਆ ਸਕਦੇ ਹਾਂ ਤਾਂ ਸਾਡੇ ਵੀ ਥੋੜੇ ਜਿਹੇ ਉੱਥੇ ਅਫੈਕਟਡ ਪੀਪਲ ਹੈਗੇ ਨੇ, ਭੈਣ ਭਰਾ ਹੈਗੇ ਨੇ, ਤੁਸੀਂ ਉਹਨਾਂ ਨੂੰ ਵੀ ਪਲੀਜ਼ ਲੈ ਆਓ। ਪਰ ਐਂਡ ਆਫ ਦਾ ਸਟੋਰੀ ਕਿ ਕੋਈ ਫਿਰ ਮੁੜ ਕੇ ਇਹਨਾਂ ਨੇ ਸਾਡੀ ਬਾਂਹ ਨਹੀਂ ਫੜੀ। ਸੋ ਇਸੇ ਕਰਕੇ ਫਿਰ ਯੂਨਾਈਟਿਡ ਸਿੱਖਸ ਨੂੰ ਹੋਰ ਆਪਣੇ ਤੌਰ ਤੇ ਕਹਿ ਲਓ ਐਫਰਟਸ ਕਰਨੀਆਂ ਪਈਆਂ। ਸੋ ਮੈਕਸੀਕੋ ਦੀ ਸਰਕਾਰ ਨੇ ਜਿਹੜੇ ਵੀਜ਼ੇ ਨੇ ਉਹ ਉਪਲਬਧ ਕੀਤੇ ਨੇ, ਅਵੇਲੇਬਲ ਕੀਤੇ ਨੇ, ਅਪਰੂਵ ਕੀਤੇ ਨੇ ਇਸ ਲੋਕਾਂ ਲਈ, ਇਸ ਮਾਈਨੋਰਿਟੀਜ਼ ਲਈ। ਮੈਕਸੀਕੋ ਦੀ ਸਰਕਾਰ ਨਾਲ ਸੰਪਰਕ ਪੈਦਾ ਕਿਵੇਂ ਹੋਇਆ? ਇਹ ਫਿਰ ਜਦੋਂ ਸਾਨੂੰ ਕਿਸੇ ਪਾਸੋਂ ਵੀ ਕੋਈ ਆਸ ਨਾ ਵੱਝਦੀ ਦਿਸੀ ਤੇ ਫਿਰ ਤਕਰੀਬਨ 4-5 ਮਹੀਨੇ ਪਹਿਲਾਂ ਫਿਰ ਅਸੀਂ ਹੋਰ ਦੂਸਰੇ ਕੰਟਰੀਜ਼ ਨੂੰ ਅਪਰੋਚ ਕਰਨਾ ਸ਼ੁਰੂ ਕੀਤਾ। ਇੱਕ ਫਾਈਲ ਤਿਆਰ ਕਰਕੇ ਉਹਨਾਂ ਨੂੰ ਅਸੀਂ ਫਾਈਲਾਂ ਭੇਜੀਆਂ, ਸਾਰੀ ਸਿਚੁਏਸ਼ਨ ਦੱਸੀ ਕਿ ਕਿਸ ਤਰੀਕੇ ਦੇ ਨਾਲ ਅਫਗਾਨਿਸਤਾਨ ਦੇ ਵਿੱਚ ਪਹਿਲਾਂ ਹਾਲਾਤ ਕੀ ਸੀ ਤੇ ਅੱਜ ਹਾਲਾਤ ਕੀ ਹੋ ਗਏ ਨੇ ਮਾਈਨੋਰਟੀਜ਼ ਦੇ ਲਈ। ਸੋ 52 ਕੰਟਰੀਜ਼ ਨੂੰ ਆਪਾਂ ਇਹ ਰਿਕੁਐਸਟ ਭੇਜੀ। ਮੈਕਸੀਕੋ ਇਜ਼ ਦਾ ਓਨਲੀ ਕੰਟਰੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਐਪਲੀਕੇਸ਼ਨ ਦਾ, ਆਪਣੀ ਈਮੇਲ ਦਾ ਜਵਾਬ ਦਿੱਤਾ। ਇਹਨਾਂ ਨੇ ਕਿਹਾ ਕਿ ਹਾਂਜੀ ਅਸੀਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ, ਅਸੀਂ ਤੁਹਾਡੀ ਕੌਮ ਦੀ ਮਦਦ ਕਰਨ ਲਈ ਤਿਆਰ ਹਾਂ, ਤੁਸੀਂ ਸਾਡੇ ਨਾਲ ਮੀਟਿੰਗ ਕਰੋ, ਸਾਨੂੰ ਦੱਸੋ। ਸੋ ਫਿਰ ਇਹਨਾਂ ਦੇ ਨਾਲ, ਇਹਨਾਂ ਦੇ ਅਫੀਸ਼ੀਅਲਸ ਦੇ ਨਾਲ USA ਦੇ ਵਿੱਚ ਆਪਣੀ ਮੀਟਿੰਗ ਹੋਈ ਤੇ ਉੱਥੇ ਫਿਰ ਇਹਨਾਂ ਨੇ ਕਿਉਂਕਿ ਆਪਾਂ ਤਾਂ ਚਾਹੁੰਦੇ ਸੀ ਵੀ ਹੋਰ ਵੀ ਜ਼ਿਆਦਾ, ਪਰ ਫਸਟ ਸਟੈਪ ਦੇ ਵਿੱਚ ਇਹਨਾਂ ਨੇ ਆਪਾਂ ਨੂੰ 141 ਵੀਜ਼ਾਜ਼ ਇਸ਼ੂ ਕਰਨ ਦਾ ਆਪਣੇ ਨਾਲ ਪ੍ਰੋਮਿਸ ਕੀਤਾ। ਸੋ ਕਹਿੰਦੇ ਵੀ ਅਸੀਂ ਤੁਹਾਨੂੰ 141 ਵੀਜ਼ਾ ਇਸ਼ੂ ਕਰ ਰਹੇ ਹਾਂ, ਸੋ ਜਿਹਦੇ ਥਰੂ ਆਪਾਂ ਹੁਣੇ ਆਪਣੇ ਜਿਹੜੇ ਅਫਗਾਨੀ ਭੈਣ ਭਰਾ ਨੇ ਉਹਨਾਂ ਨੂੰ ਆਪਾਂ ਮੈਕਸੀਕੋ ਦੇ ਵਿੱਚ ਲੈ ਕੇ ਆਵਾਂਗੇ।
ਸੋ ਮੈਕਸੀਕੋ ਦੇ ਵਿੱਚ 2 ਵਿਅਕਤੀ ਜਿਹੜੇ ਆ ਉਹ ਕਹਿ ਲਓ ਫੀਟ ਔਨ ਦ ਗਰਾਊਂਡ ਵੀ ਜਿਹੜੇ ਉੱਥੇ ਪਹੁੰਚ ਹਾਂਜੀ, ਚੁੱਕੇ ਆ, ਬਹੁਤ ਵਧੀਆ ਪਹੁੰਚ ਉਹਨਾਂ ਦਾ ਜਿਹੜਾ ਰਿਸੈਪਸ਼ਨ ਹੋਇਆ ਵਾ ਉਹ ਮੈਂ ਦੇਖਿਆ। ਮੈਂ ਜੀ, ਬੜਾ ਖੁਸ਼ ਹੋਇਆ ਦੇਖ ਕੇ ਵੀ ਕਿੰਨੇ ਮਾਣ ਤਾਣ ਦੇ ਨਾਲ ਜੋ ਬਹੁਤ ਜੀ। ਆਪਣੀ ਕਮਿਊਨਿਟੀ ਦੇ ਵਿੱਚ ਇਹ ਤਾਂ ਮੁੜ ਤੋਂ ਹਨਾ ਰਿਹਾ ਵਾ ਵੀ ਆਪਾਂ ਆਪਦਾ ਜਿਹੜਾ ਗੈਸਟ ਆ ਉਹਦਾ ਮਾਣ ਤਾਣ ਕਰਦੇ ਆ, ਪਰ ਜਿਹੜੇ ਲੋਕੀ ਆਪਦੇ ਨੇ ਉਹਨਾਂ ਦਾ ਮਾਣ ਤਾਣ ਤਾਂ ਬਹੁਤ ਸਾਰਾ ਬਣਦਾ ਵਾ। ਉਹਨਾਂ ਦੀ ਇੱਕ ਮੈਂ ਵੀਡੀਓ ਕਲਿੱਪ ਪਲੇ ਕਰਦਾ, ਫਿਰ ਆਪਾਂ ਉਹਨਾਂ ਨਾਲ ਜਿਹੜੀ ਲਾਈਵ ਆ ਉਹ ਗੱਲਬਾਤ ਕਰਾਂਗੇ ਜੀ। ਯਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 4 ਮਹੀਨਿਆਂ ਤੋਂ ਯੂਨਾਈਟਿਡ ਸਿੱਖਸ ਦੀ ਐਫਰਟ ਅਰੇ ਮਿਹਨਤ ਰੰਗ ਲਾਈ ਹੈ। ਅੱਜ ਸਾਡਾ ਅਫਗਾਨ ਦਾ ਪਹਿਲਾ ਜੱਥਾ ਇੱਥੇ ਪਹੁੰਚਿਆ ਹੈ। ਦਾਸ ਤਲਵਿੰਦਰ ਸਿੰਘ, ਮਿਸਟਰ ਰਾਮ ਸਿੰਘ ਸਜਨਾਲ, ਯੂਨਾਈਟਿਡ ਸਿੱਖ ਦੀਆਂ ਮਿਹਨਤਾਂ ਬਹੁਤ ਹੀ ਸਾਡੇ ਨਾਲ 4 ਮਹੀਨਿਆਂ ਤੋਂ ਇਨ ਟੱਚ ਰਹੇ ਔਰ ਕੋਸ਼ਿਸ਼ਾਂ ਕਰਦੇ ਰਹੇ। ਅਸੀਂ ਯੂਨਾਈਟਿਡ ਸਿੱਖਸ ਦਾ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਬਹੁਤ ਸੁੱਖ ਨਾਲ ਇੱਥੇ ਪਹੁੰਚੇ ਹਾਂ, ਵੈਰੀ ਈਜ਼ੀ, ਔਰ ਇਮੀਗ੍ਰੇਸ਼ਨ 'ਚ ਵੀ ਕੋਈ ਪ੍ਰੋਬਲਮ ਨਹੀਂ ਸੀਗੀ। ਔਰ ਅਸੀਂ ਮੈਕਸੀਕਨ ਗਵਰਨਮੈਂਟ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਬਹੁਤ ਨਿੱਘਾ ਸਵਾਗਤ ਕੀਤਾ ਹੈ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਵੱਲੋਂ। ਉਮੀਦ ਕਰਦੇ ਹਾਂ ਬਾਕੀ ਜਿਹੜੀ ਕਾਬੁਲ ਵਿੱਚ ਸੰਗਤਾਂ ਹਨ ਅਸੀਂ ਉਹਨਾਂ ਨੂੰ ਵੀ ਇਵੈਕੂਏਟ ਕਰਕੇ ਇੱਥੇ ਲਿਆ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਲੱਗਦਾ ਵੀ ਇਹ ਆਸਾਂ ਦੇ ਨਾਲ ਇਹ ਜਿਹੜੇ ਇਹ ਜਦੋਂ ਉੱਥੇ ਪਹੁੰਚੇ ਮੈਕਸੀਕੋ ਦੇ ਵਿੱਚ, ਤਾਂ ਉਹਨਾਂ ਨਾਲ ਜਦੋਂ ਤੁਸੀਂ ਗੱਲਬਾਤ ਕੀਤੀ ਉਹਨਾਂ ਨੂੰ ਕਿਵੇਂ ਮਹਿਸੂਸ ਹੋਇਆ ਵੀ ਉਹ ਫਾਈਨਲੀ ਉਸ ਬੜੇ ਡਰਾਉਣੇ ਅਤੇ ਡੇਂਜਰਸ ਸਿਚੁਏਸ਼ਨ ਦੇ ਵਿੱਚੋਂ ਲੰਘ ਕੇ ਜਿੱਥੇ ਇਹਨਾਂ ਤੇ ਅਟੈਕ ਹੋ ਰਹੇ ਸੀਗੇ ਉਹ ਮੈਕਸੀਕੋ ਦੇ ਵਿੱਚ ਪਹੁੰਚੇ? ਹਾਂਜੀ, ਬਹੁਤ ਜ਼ਿਆਦਾ ਜਿੱਦਾਂ ਆਪਾਂ ਵੀਡੀਓ 'ਚ ਵੀ ਦੇਖਦੇ ਹਾਂ ਕਿ ਬਹੁਤ ਚਿਹਰਿਆਂ ਤੇ ਖੁਸ਼ੀ ਹੈ। ਸੋ ਤੇ ਪਲੱਸ ਇੱਕ ਹਰਪ੍ਰੀਤ ਮੈਂ ਹੋਰ ਐਡ ਕਰਨੀ ਹੋਊਗੀ, ਮੈਕਸੀਕੋ ਗਵਰਨਮੈਂਟ ਨੇ ਈਵਨ ਇਹਨਾਂ ਦੀ ਕਨੈਕਟਿੰਗ ਫਲਾਈਟ ਸੀ ਆਬੂ ਧਾਬੀ ਦੇ ਵਿੱਚ ਸਟੇ ਸੀ ਇਹਨਾਂ ਦੀ, ਤੇ ਉੱਥੇ ਵੀ ਮੈਕਸੀਕੋ ਗਵਰਨਮੈਂਟ ਦੇ ਓਫੀਸ਼ੀਅਲਸ ਸਪੈਸ਼ਲ ਤੌਰ ਤੇ ਇਹਨਾਂ ਨੂੰ ਮਿਲੇ, ਇਹਨਾਂ ਦਾ ਵੈਲਕਮ ਕੀਤਾ, ਇਹਨਾਂ ਨੂੰ ਪੁੱਛਿਆ ਵੀ ਕੋਈ ਤਕਲੀਫ ਤਾਂ ਨਹੀਂ ਤੁਹਾਨੂੰ ਆ ਰਹੀ। ਤੇ ਈਵਨ ਮੈਕਸੀਕੋ ਦੇ ਵਿੱਚ ਜਦੋਂ ਪਹੁੰਚੇ ਇੱਥੇ ਵੀ ਉਹਨਾਂ ਦੇ ਗਵਰਨਮੈਂਟ ਓਫੀਸ਼ੀਅਲਸ ਉੱਥੇ ਸਭ ਤੋਂ ਪਹਿਲਾਂ ਉਹ ਪਹੁੰਚੇ ਹੋਏ ਸੀ। ਉਹਨਾਂ ਨੇ ਇਹਨਾਂ ਨੂੰ ਵੈਲਕਮ ਕਿਹਾ ਤੇ ਇਹਨਾਂ ਤੋਂ ਫਿਰ ਪੁੱਛਿਆ ਕਿ ਵੀ ਤੁਸੀਂ ਠੀਕ ਠਾਕ ਹੋ, ਕਿਸੇ ਵੀ ਕਿਸਮ ਦੀ ਰਸਤੇ 'ਚ ਕੋਈ ਮੁਸ਼ਕਲ ਤਾਂ ਨਹੀਂ ਆਈ। ਅਸੀਂ ਖੁਦ ਕਹਿ ਲਓ ਵੀ ਕਿਉਂਕਿ ਆਪਣੇ ਲਈ ਵੀ ਫਸਟ ਐਕਸਪੀਰੀਅੰਸ ਵੀ ਹੈਰਾਨ ਆ ਵੀ ਮੈਕਸੀਕੋ ਸਰਕਾਰ ਦੇ ਇੰਨਾ ਵਧੀਆ ਆਪਣਾ ਨੂੰ ਸਹਿਯੋਗ ਦੇ ਰਹੀ ਹੈ ਤੇ ਇੰਨਾ ਵਧੀਆ ਇਹਨਾਂ ਦਾ ਭਰਵਾਂ ਕਹਿ ਲਓ ਵੀ ਸਵਾਗਤ ਕਰ ਰਹੀ ਹੈ। ਤੇ ਇਹ ਪਰਿਵਾਰ ਇਹ ਦੋਨੋਂ ਜਣੇ ਕਹਿ ਲਓ ਵੀ ਅਫਗਾਨਿਸਤਾਨ ਦੇ ਵਿੱਚ ਤਾਂ ਇਹਨਾਂ ਦੀ ਹਾਲਾਤ ਆਪਾਂ ਨੂੰ ਪਤਾ ਹੀ ਆ ਵੀ ਕਿੰਨੇ ਬਦਤਰ ਸੀ। ਈਵਨ ਜਦੋਂ ਹੁਣ ਇੰਡੀਆ ਦੇ ਵਿੱਚ ਵੀ ਪਹੁੰਚੇ ਹੋਏ ਸੀ, ਹੁਣ ਕਈ ਪਰਿਵਾਰਾਂ ਨੂੰ ਉੱਥੇ 2 ਸਾਲ ਹੋ ਗਏ ਨੇ ਰਹਿੰਦਿਆਂ ਨੂੰ, ਕਈਆਂ ਨੂੰ 3 ਸਾਲ ਹੋ ਗਏ ਨੇ, ਤੇ ਉੱਥੇ ਵੀ ਜਦੋਂ ਇਹਨਾਂ ਨੇ ਪਹੁੰਚ ਕੇ ਦੇਖਿਆ ਕਿ ਉੱਥੇ ਵੀ ਇਹਨਾਂ ਦੀ ਕੋਈ ਆਈਡੀ ਨਹੀਂ ਬਣ ਰਹੀ, ਸਪੈਸ਼ਲ ਸਾਨੂੰ ਵੀ ਹੋਰ ਕੁਝ ਨਹੀਂ ਮਿਲ ਰਹੀ, ਬੱਚੇ ਸਕੂਲ ਨਹੀਂ ਜਾ ਪਾ ਰਹੇ। ਸੋ ਉੱਥੇ ਵੀ ਕਾਫੀ ਫਰਸਟ੍ਰੇਸ਼ਨ ਸੀ ਇਹਨਾਂ ਪਰਿਵਾਰਾਂ ਨੂੰ। ਪਰ ਹੁਣ ਜਦੋਂ ਮੈਕਸੀਕੋ ਦੇ ਵਿੱਚ ਪਹੁੰਚ ਗਏ ਨੇ ਹਾਂਜੀ, ਲੱਗਦਾ ਤਲਵਿੰਦਰ ਸਿੰਘ ਸਾਡੇ ਨਾਲ ਬੈਕ ਜੁਆਇਨ ਕਰ ਰਹੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਾਡੇ ਨਾਲ ਤਕਰੀਬਨ ਜਦੋਂ ਅਸੀਂ ਕਾਬੁਲ ਦੇ ਵਿੱਚ ਸੀਗੇ, ਜਦੋਂ ਤਾਲਿਬਾਨ ਟੇਕ ਓਵਰ ਕਰ ਗਏ, ਤੇ ਉਸ ਤੋਂ ਕੁਝ ਦਿਨਾਂ ਬਾਅਦ ਹੀ ਸਾਡੇ ਨਾਲ ਕਾਫੀ ਆਰਗੇਨਾਈਜੇਸ਼ਨਾਂ ਨੂੰ ਅਸੀਂ ਆਪਣਾ ਕੰਟੈਕਟ ਕੀਤਾ ਤੇ ਇੰਡੀਅਨ ਗਵਰਨਮੈਂਟ ਨੂੰ ਕੰਟੈਕਟ ਕੀਤਾ ਕਿ ਅਸੀਂ ਵੀ ਇੱਥੋਂ ਨਿਕਲਣਾ ਹੈ। ਬਹੁਤ ਸਾਰੇ ਲੋਕ ਜਾ ਰਹੇ ਸਨ, ਹਵੜ ਦੀ ਅਫਰਾ ਤਫਰੀ ਮਚ ਗਈ ਸੀਗੀ। ਤੇ ਉਸ ਟਾਈਮ ਤੋਂ ਲੈ ਕੇ ਯੂਨਾਈਟਿਡ ਸਿੱਖਸ ਸਾਡੇ ਨਾਲ ਕਾਫੀ ਇਨ ਟੱਚ ਸੀਗੇ ਔਰ 4 ਮਹੀਨੇ ਹੋ ਗਏ ਤਕਰੀਬਨ ਯੂਨਾਈਟਿਡ ਸਿੱਖਸ ਸਾਡੇ ਨਾਲ ਇਨ ਟੱਚ ਸੀਗੇ ਇਸ ਵਾਸਤੇ ਕਿ ਉਹ ਸਾਨੂੰ ਕੱਢ ਸਕਣ। ਤਕਰੀਬਨ ਯੂਨਾਈਟਿਡ ਸਿੱਖ ਨੇ 55 ਕੰਟਰੀ ਨਾਲ ਕੰਟੈਕਟ ਕੀਤਾ ਸੀਗਾ। ਤੇ ਬਾਕੀ ਜਿਹੜੀ ਸੰਗਤ ਰਹਿੰਦੀ ਹੈ ਉਹ ਵੀ ਨਿਕਲਣਾ ਚਾਹੁੰਦੀ ਹੈ, ਉਹਨਾਂ ਨੂੰ ਬਹੁਤ ਜ਼ਿਆਦਾ ਹੈਲਪ ਦੀ ਲੋੜ ਹੈ ਇਸ ਟਾਈਮ। ਉਹਨਾਂ ਦੇ ਤਕਰੀਬਨ 141 ਵੀਜ਼ੇ ਆਪਣਾ ਯੂਨਾਈਟਿਡ ਸਿੱਖਸ ਨੇ ਮੈਕਸੀਕੋ ਦੇ ਜਿਹੜੇ ਹਿਊਮੈਨਿਟੇਰੀਅਨ ਵੀਜ਼ੇ ਕਢਾਏ ਹਨ। ਤੇ ਅਸੀਂ ਇਹੀ ਰਿਕੁਐਸਟ ਕਰਾਂਗੇ ਸਾਰੀਆਂ ਸੰਗਤਾਂ ਨੂੰ ਕਿ ਉਹ ਅੱਗੇ ਆਉਣ। ਤੇ ਇੰਨੀਆਂ ਜਿਹੜੀ ਸੰਗਤ ਕਾਬੁਲ ਦੇ ਵਿੱਚ ਰਹਿ ਗਈ ਹੈ 150 ਲੋਕ ਫੈਮਿਲੀ ਟੋਟਲ, ਤੇ 150 ਲੋਕ ਟੋਟਲ, ਬੱਚੇ ਤੇ ਬੀਬੀਆਂ ਤੇ ਆਪਣਾ ਸਾਰੇ, ਉਹਨਾਂ ਨੂੰ ਨਿਕਾਲ ਕੇ ਅਸੀਂ ਮੈਕਸੀਕੋ ਲੈ ਕੇ ਆਈਏ। ਸਾਡੇ ਕੋਲ ਇਸ ਟਾਈਮ 141 ਲੋਕਾਂ ਦਾ ਮੈਕਸੀਕੋ ਦਾ ਹਿਊਮੈਨਿਟੇਰੀਅਨ ਵੀਜ਼ਾ ਜਿਹੜਾ ਯੂਨਾਈਟਿਡ ਸਿੱਖ ਨੇ ਪਾਸ ਕਰਾਇਆ ਹੈਗਾ ਮੈਕਸੀਕਨ ਗਵਰਨਮੈਂਟ ਤੋਂ ਜੀ। ਜਦੋਂ ਆਪਾਂ ਗੱਲ ਕਰਦੇ ਹਾਂ ਵੀ ਮੈਕਸੀਕੋ ਦੇ ਵਿੱਚ ਤੁਸੀਂ ਕਿਵੇਂ ਮਹਿਸੂਸ ਕੀਤਾ, ਮੈਕਸੀਕੋ ਦੇ ਲੋਕਾਂ ਨੇ ਤੁਹਾਨੂੰ ਕਿਵੇਂ
ਆਪਦੀ ਗਲਵੱਕੜੀ ਦੇ ਵਿੱਚ ਲਿਆ, ਜਾਂ ਉੱਥੇ ਦੀ ਸਰਕਾਰ ਨੇ ਤੁਹਾਡੇ ਨਾਲ ਜਿਹੜਾ ਵਿਵਹਾਰ ਆ ਉਹ ਕਿਸ ਤਰ੍ਹਾਂ ਦਾ ਰਿਹਾ? ਜੀ ਮੈਕਸੀਕੋ ਜਦੋਂ ਅਸੀਂ 10 ਦਸੰਬਰ ਨੂੰ ਅਸੀਂ ਇੰਡੀਆ ਆਏ, ਅਸੀਂ ਇੰਡੀਅਨ ਗਵਰਨਮੈਂਟ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਨੂੰ 10 ਦਸੰਬਰ ਨੂੰ ਫਲਾਈਟ ਭੇਜ ਕੇ ਇੰਡੀਆ ਦੇ ਵੀਜ਼ੇ ਦੇ ਕੇ ਸਾਨੂੰ ਇੰਡੀਆ ਬੁਲਾਇਆ। ਬਹੁਤ ਸਾਰੀ ਸੰਗਤ ਇੰਡੀਆ ਆਈ ਤੇ ਇੰਡੀਅਨ ਗਵਰਨਮੈਂਟ ਨੇ ਵੀ ਸਾਡੇ ਨਾਲ ਬਹੁਤ ਅੱਛਾ ਇੱਕ ਵਿਵਹਾਰ ਕੀਤਾ ਹੈ ਕਿ ਸਾਨੂੰ ਉਧਰੋਂ ਕੱਢ ਕੇ ਲੈ ਕੇ ਆਂਦਾ। ਤੇ ਉਸ ਤੋਂ ਬਾਅਦ ਜਦ ਮੈਕਸੀਕਨ ਗਵਰਨਮੈਂਟ ਨੇ ਸਾਡੇ ਵੀਜ਼ੇ ਇਸ਼ੂ ਕੀਤੇ ਤੇ ਉਹਨਾਂ ਨੇ ਸਾਨੂੰ ਬਹੁਤ ਇੱਜ਼ਤ ਨਾਲ ਇੱਥੇ ਬੁਲਾਇਆ ਹੈਗਾ, ਸਾਡੀ ਬਾਂਹ ਫੜੀ ਹੈਗੀ ਹੈ। ਤੇ ਅਸੀਂ ਦੁਬਈ ਦੇ ਵਿੱਚ ਵੀ ਜਦ ਅਸੀਂ ਪਹੁੰਚੇ ਪਲੇਨ ਤੇ ਮੈਕਸੀਕਨ ਐਮਬੈਸੀ ਦੇ ਨੁਮਾਇੰਦੇ ਕੌਂਸਲਰ ਸਾਡੇ ਨਾਲ ਦੁਬਈ 에ਅਰਪੋਰਟ ਤੇ ਮਿਲਣ ਆਏ ਸਪੈਸ਼ਲ, ਔਰ ਸਾਡੇ ਡਾਕੂਮੈਂਟਸ ਦੇਖੇ ਕਿ ਤੁਹਾਨੂੰ ਟਰੈਵਲ 'ਚ ਕੋਈ ਪ੍ਰੋਬਲਮ ਤਾਂ ਨਹੀਂ ਹੈ। ਫਿਰ ਅਸੀਂ ਦੁਬਈ ਤੋਂ ਸਪੇਨ ਬਾਰਸੀਲੋਨਾ ਜਦ 에ਅਰਪੋਰਟ ਤੇ ਪਹੁੰਚੇ, ਬਾਰਸੀਲੋਨਾ 'ਚ ਵੀ ਉਹਨਾਂ ਨੇ ਸਾਨੂੰ ਕਾਲ ਕੀਤੀ ਮੈਕਸੀਕਨ ਗਵਰਨਮੈਂਟ ਦੇ ਨੁਮਾਇੰਦਿਆਂ ਨੇ ਕਿ ਤੁਹਾਨੂੰ ਕੋਈ ਪ੍ਰੋਬਲਮ ਤੇ ਨਹੀਂ ਹੈ। ਤੇ ਫਿਰ ਅਸੀਂ ਮੈਕਸੀਕੋ ਪਹੁੰਚੇ ਔਰ ਇਮੀਗ੍ਰੇਸ਼ਨ ਤੇ ਖੁਦ ਫੋਰਨ ਮਿਨਿਸਟਰੀ ਸਾਨੂੰ ਲੈਣ ਆਈ ਮੈਕਸੀਕਨ, ਔਰ ਅਸੀਂ ਇੱਕ ਬਹੁਤ ਅੱਛੇ ਔਰ ਬਹੁਤ ਇੱਜ਼ਤ ਦੇ ਤਰੀਕੇ ਨਾਲ ਇੱਥੇ ਮੈਕਸੀਕੋ ਪਹੁੰਚੇ ਹਾਂ। ਅਸੀਂ ਮੈਕਸੀਕਨ ਗਵਰਨਮੈਂਟ ਦਾ ਵੀ ਸਾਰੀਆਂ ਸੰਗਤਾਂ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ, ਸਪੈਸ਼ਲੀ ਯੂਨਾਈਟਿਡ ਸਿੱਖਸ ਦਾ, ਕਿ ਜਿਨ੍ਹਾਂ ਨੇ ਇਹ ਬਹੁਤ ਇੱਕ ਵਧੀਆ ਉਪਰਾਲਾ ਕੀਤਾ ਹੈ। ਤੇ ਇੱਥੇ ਆ ਕੇ ਮੈਕਸੀਕੋ ਆ ਕੇ ਜਿਹੜੀਆਂ ਸੰਗਤਾਂ ਹਨ ਸਾਡੇ ਨਾਲ ਜਿਹੜੀ ਹੈਲਪ ਕਰ ਰਹੇ ਹਨ, ਅਸੀਂ ਗੁਰਦੁਆਰਾ ਸਾਹਿਬ ਵਿੱਚ ਅਕੋਮੋਡੇਸ਼ਨ, ਫੂਡ ਔਰ ਸਾਡੇ ਨਾਲ ਹਰ ਤਰ੍ਹਾਂ ਦੀ ਹੈਲਪ ਦੇ ਵਿੱਚ ਖਲੋਤੇ ਹਨ। ਅਸੀਂ ਸੰਗਤਾਂ ਦਾ, ਮੈਕਸੀਕੋ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਰਾਮ ਸਿੰਘ ਜੀ ਵੀ ਮੇਰੇ ਨਾਲ ਆਏ ਹਨ, ਅਸੀਂ 2 ਲੋਕ ਪਹੁੰਚੇ ਹਾਂ। ਰਾਮ ਸਿੰਘ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਕਿਵੇਂ ਮਹਿਸੂਸ ਹੋਇਆ ਮੈਕਸੀਕੋ ਆ ਕੇ? हमारे को बहुत इज्जत दे दी मैक्सिको गवर्नमेंट ने, यूनाइटेड स्टेट ने। बहुत धन्यवाद कर रहा हूँ, बहुत धन्यवाद कर रहा हूँ। बहुत इज्जत से गुरुद्वारा में जगह दे दी, गुरुद्वारा में रहते हैं, लंगर चाय पानी कोई दिक्कत नहीं है। हम बहुत खुश हैं यहाँ पे, बहुत सही महसूस कर रहे हैं। ਸੁਖਵਿੰਦਰ ਸਿੰਘ, ਜਦੋਂ ਆਪਾਂ ਇਹਨਾਂ ਦੇ ਨਾਲ ਗੱਲ ਕਰਦੇ ਆ, ਕਿੰਨੇ ਚੜ੍ਹਦੀ ਕਲਾ ਨਾਲ ਇਹ ਉੱਥੇ ਪਹੁੰਚੇ ਨੇ। ਯੂਨਾਈਟਿਡ ਸਿੱਖਸ ਦੇ ਸਿਰ ਤੇ ਇਹ ਜਿਹੜਾ ਸਿਹਰਾ ਵਾ ਉਹ ਜਾਂਦਾ ਕਿ ਉਹਨਾਂ ਨੂੰ ਇਹ ਜਿਹੜੀ ਓਪਰਚੁਨਿਟੀ ਦਿੱਤੀ ਆ। ਸੋ ਇੱਥੋਂ ਮੂਵ ਫੋਰਵਰਡ 2 ਵਿਅਕਤੀ ਆ ਚੁੱਕੇ ਨੇ, 140 ਵਿਅਕਤੀ 141 ਜਿਹੜੇ ਟੋਟਲ ਉਹਨਾਂ ਦੇ ਜਿਹੜੇ ਵੀਜ਼ੇ ਆ ਉਹ ਅਪਰੂਵ ਹੋ ਚੁੱਕੇ ਆ। ਹੁਣ ਗਾਹਾਂ ਦਾ ਪ੍ਰੋਸੈਸ ਕੀ ਆ? ਜਿਹੜੀ ਸੰਗਤ ਬਾਹਰਲੇ ਦੇਸ਼ਾਂ 'ਚ ਬੈਠੀ ਆ, ਸਾਰੀ ਦੁਨੀਆ ਦੇ ਵਿੱਚ ਇਸ ਵਕਤ ਪੰਜਾਬ TV ਚੱਲ ਰਿਹਾ ਵਾ, ਉਹ ਯੂਨਾਈਟਿਡ ਸਿੱਖਸ ਦੀ ਮਦਦ ਕਿਵੇਂ ਕਰ ਸਕਦਾ ਵਾ? ਵੀ ਜਿਹੜੇ ਇਹ ਪਰਿਵਾਰ ਨੇ, ਇਹ ਬੱਚੇ ਨੇ, ਸਾਡੀਆਂ ਭੈਣਾਂ ਨੇ, ਸਾਡੀਆਂ ਬੀਬੀਆਂ ਨੇ, ਵੀ ਉਹ ਮੈਕਸੀਕੋ ਵਰਗੇ ਦੇਸ਼ ਜਾਂ ਫਿਰ ਹੋਰ ਮੁਲਕਾਂ ਦੇ ਵਿੱਚ ਪਹੁੰਚਣ, ਜਿੱਥੇ ਉਹਨਾਂ ਦੀ ਇੱਜ਼ਤ ਨਾਲ ਜਿਹੜੀ ਆਪਦੀ ਜ਼ਿੰਦਗੀ ਉਹ ਬਾਕੀ ਦੀ ਜਿਉ ਸਕਦੇ ਆ, ਵਿਦ ਸਮ ਡਿਗਨਿਟੀ ਐਂਡ ਰਿਸਪੈਕਟ। ਜੀ ਬਿਲਕੁਲ, ਸਾਡੀ ਕੋਸ਼ਿਸ਼ ਇਹੀ ਰਹਿਣੀ ਹੈ ਕਿ ਚਲੋ ਅਜੇ ਪਹਿਲਾਂ ਅਸੀਂ 141 ਨੂੰ ਲੈ ਕੇ ਆਈਏ, ਉਸ ਤੋਂ ਬਾਅਦ ਹੋਰ ਵੀ ਕੰਟਰੀਜ਼ ਨੂੰ ਰਿਕੁਐਸਟ ਪਾਈਆਂ ਹੋਈਆਂ ਨੇ। ਹੋਪਫੁਲੀ ਵਾਹਿਗੁਰੂ ਕਿਰਪਾ ਕਰਨ ਕਿ ਹੋਰ ਵੀ 2-4 ਕੰਟਰੀ ਇਸੇ ਤਰ੍ਹਾਂ ਹੀ ਮੈਕਸੀਕੋ ਨੂੰ ਦੇਖ ਕੇ ਵੀ ਕਿਸ ਤਰ੍ਹਾਂ ਮੈਕਸੀਕੋ ਨੇ ਸਿੱਖਾਂ ਦੀ ਬਾਂਹ ਫੜੀ ਆ, ਉਹ ਕੰਟਰੀ ਵੀ ਅੱਗੇ ਆਉਣ। ਜੇ ਕੋਈ ਹੋਰ ਕੰਟਰੀ ਨਹੀਂ ਵੀ ਆਉਂਦਾ ਤਾਂ ਫਿਰ ਅਸੀਂ ਮੈਕਸੀਕੋ ਨੂੰ ਹੋਰ ਵੀ ਜ਼ਿਆਦਾ ਕਹਾਂਗੇ ਕਿ ਵੀ ਜਿਹੜੇ ਸਾਡੇ ਜਿੰਨੇ ਹੋਰ ਰਹਿੰਦੇ ਨੇ ਉੱਥੇ, ਚਾਹੇ ਸਾਡਾ 500 ਪਰਿਵਾਰ ਹੈ, ਚਾਹੇ 600 ਪਰਿਵਾਰ ਹੈ, ਜਿੰਨੇ ਵੀ ਨੇ, ਵੀ ਤੁਸੀਂ ਕਿਰਪਾ ਕਰਕੇ ਵੀ ਉਹਨਾਂ ਨੂੰ ਵੀ ਇੱਥੇ ਲੈ ਆਓ। ਸਾਡੀ ਕੋਸ਼ਿਸ਼ ਰਹੂਗੀ ਵੀ ਜਿੰਨੇ ਵੀ ਅਫਗਾਨੀ ਸਾਡੇ ਭੈਣ ਭਰਾ ਇਸ ਟਾਈਮ ਮੁਸ਼ਕਲ ਦੀ ਘੜੀ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਹਨ, ਜਾਂ ਜਿਹੜੇ ਛੱਡ ਕੇ ਇੰਡੀਆ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਇੱਧਰ ਲਿਆਂਦਾ ਜਾਵੇ। ਤੇ ਸਾਡੀ ਜਿੰਨੀਆਂ ਵੀ ਸੰਗਤਾਂ ਕਹਿ ਲਓ ਵੀ ਸੁਣ ਰਹੀਆਂ ਨੇ, ਆਪਣੇ ਨਾਲ ਜੁੜੀਆਂ ਹੋਈਆਂ ਨੇ, ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਜੇ ਇੱਦਾਂ ਦੇ ਕਾਰਜ, ਦੇਖੋ 에ਅਰ ਟਿਕਟ ਲੈਣੀ ਪੈਂਦੀ ਆ, 에ਅਰ ਫੇਅਰ ਬੜੇ ਮਹਿੰਗੇ ਹੋਏ ਨੇ, ਤੇ ਦੂਸਰਾ ਫਿਰ ਹੁਣ ਇਹਨਾਂ ਨੂੰ ਆਪਾਂ ਤਕਰੀਬਨ 3 ਮਹੀਨੇ ਦਾ ਇਹਨਾਂ ਦਾ ਖਰਚਾ ਪਾਣੀ ਇੱਥੇ ਮੈਕਸੀਕੋ ਦੇ ਵਿੱਚ ਵੀ ਕਰਨਾ। ਸੋ ਇਸ ਕਰਕੇ ਇਹ ਸਾਰਾ ਕੁਝ 10ਵੇਂ ਦਸੌਂਦ ਨਾਲ ਹੀ ਚੱਲਣਾ, ਸੰਗਤ ਦੇ ਸਹਿਯੋਗ ਦੇ ਨਾਲ ਹੀ ਚੱਲਣਾ। ਹੁਣ ਤੱਕ ਵੀ ਜਿੰਨੀਆਂ ਵੀ ਐਫਰਟਸ ਯੂਨਾਈਟਿਡ ਸਿੱਖਸ ਨੇ ਕੀਤੀਆਂ ਨੇ, ਸਾਰੀਆਂ ਸੰਗਤ ਦੇ ਸਹਿਯੋਗ ਦੇ ਨਾਲ ਹੋਈਆਂ ਨੇ। ਸੰਗਤ ਨੇ ਤਿਲ ਫੁੱਲ ਜਿਹੜਾ ਦਿੱਤਾ ਉਹਦੇ ਨਾਲ ਹੋਈਆਂ ਨੇ। ਸੋ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਯੂਨਾਈਟਿਡ ਸਿੱਖਸ ਦੀ ਸਪੋਰਟ ਕਰੋ। ਆਓ ਯੂਨਾਈਟਿਡ ਸਿੱਖਸ ਦੀਆਂ ਬਾਹਾਂ ਬਣੋ, ਯੂਨਾਈਟਿਡ ਸਿੱਖਸ ਦਾ ਸਾਥ ਦਿਓ। ਆਪਾਂ ਰਲ ਮਿਲ ਕੇ ਆਪਣੇ ਭੈਣਾਂ ਭਰਾਵਾਂ ਨੂੰ ਉੱਥੋਂ ਦੁੱਖ ਦੀ ਘੜੀ ਚੋਂ ਉਹਨਾਂ ਨੂੰ ਬਾਹਰ ਕੱਢ ਸਕੀਏ, ਇਹਨਾਂ ਦੀ ਮਦਦ ਕਰ ਸਕੀਏ।